ਅੱਜ ਅੰਮ੍ਰਿਤ ਵੇਲੇ ਗੁਰਦੇਵ ਪਿਤਾ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 633 ਤੇ ਅੰਕਿਤ ਹੈ। ਜੋ ਇਨਸਾਨ ਧਾਰਮਿਕ ਦੁਨੀਆ ਵਿੱਚ ਜ਼ਿੰਦਗੀ ਜੀ ਰਿਹਾ ਹੈ, ਰੱਬ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਉਹ ਇਨਸਾਨ ਲੋਚਦਾ ਹੈ ਕਿ ਮੇਰਾ ਪ੍ਰਭੂ ਦੇ ਨਾਲ ਮਿਲਾਪ ਹੋਵੇ, ਮੈਂ ਰੱਬ ਦੇ ਵਿੱਚ ਲੀਨ ਹੋਵਾਂ ਔਰ ਮੈਨੂੰ ਮੁਕਤੀ ਮਿਲੇ, ਮੈਂ ਮੁਕਤ ਹੋਵਾਂ। ਪਰ ਪ੍ਰਭੂ ਮਿਲਾਪ ਲਈ ਔਰ ਮੁਕਤੀ ਵਾਸਤੇ ਸਮੇਂ-ਸਮੇਂ 'ਤੇ ਧਾਰਮਿਕ ਲੋਕਾਂ ਨੇ ਆਪੋ ਆਪਣੇ ਵਿਚਾਰ ਇਸ ਜਗਤ ਨੂੰ ਦਿੱਤੇ ਔਰ ਉਹਨਾਂ ਵਿਚਾਰਾਂ ਤੋਂ ਲੋਕ ਪ੍ਰਭਾਵਿਤ ਵੀ ਹੋਏ, ਉਹਨਾਂ ਵਿਚਾਰਾਂ ਨੂੰ ਅਪਣਾਉਣ ਦਾ ਯਤਨ ਵੀ ਕੀਤਾ। ਅੱਜ ਵੀ ਉਹਨਾਂ ਵਿਚਾਰਾਂ ਉੱਤੇ ਆਮ ਲੋਕ ਵਿਸ਼ਵਾਸ ਕਰ ਰਹੇ ਹਨ। ਆਮ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਚੰਗੇ ਔਰ ਮੰਦੇ ਕਰਮਾਂ ਦਾ ਫਲ ਸਾਨੂੰ ਮਰਨ ਤੋਂ ਬਾਅਦ ਨਰਕ ਜਾਂ ਸਵਰਗ ਦੇ ਰੂਪ ਵਿੱਚ ਮਿਲੇਗਾ। ਬਹੁਤ ਸਾਰੇ ਲੋਕ ਸਵਰਗ ਪ੍ਰਾਪਤੀ ਵਾਸਤੇ ਔਰ ਨਰਕ ਤੋਂ ਡਰਦੇ ਹੋਏ ਇਸ ਦੁਨੀਆ ਅੰਦਰ ਮਿੱਥੇ ਹੋਏ ਧਾਰਮਿਕ ਕਰਮ ਕਾਂਡ ਕਰਦੇ ਹਨ, ਜਿਨ੍ਹਾਂ ਦਾ ਆਮ ਲਾਭ ਕਿਸੇ ਨੂੰ ਹੁੰਦਾ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਸਾਰੇ ਕਰਮਾਂ ਦਾ ਖੰਡਨ ਕੀਤਾ ਹੈ ਔਰ ਭਗਤ ਕਬੀਰ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਹਨ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਕਿ ਆਪਣੇ ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਦੇ ਨਾਲ ਮੈਂ ਨਰਕ ਔਰ ਸਵਰਗ ਕਿਸੇ ਦੀ ਮੁਥਾਜੀ ਨਹੀਂ ਕੱਢਦਾ। ਮੈਂ ਨਰਕ ਔਰ ਸਵਰਗ ਇਹਨਾਂ ਦੋਵਾਂ ਦੀ ਵਿਚਾਰਧਾਰਾ ਨੂੰ ਹੀ ਰੱਦ ਕਰਦਾ ਹਾਂ। ਮਰਨ ਤੋਂ ਬਾਅਦ ਕੋਈ ਨਰਕ ਸਵਰਗ ਨਹੀਂ ਹੈ। ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਕਿ ਇਹ ਮਨੁੱਖ ਸਵਰਗ ਦੇ ਅੰਦਰ ਜਾਣ ਦੀ ਆਸ ਨਾ ਰੱਖ ਔਰ ਨਰਕ ਤੋਂ ਡਰ ਨਾ, ਸੁਰਗਵਾਸ ਨਾ ਵਾਂਛੀਐ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨਹਿ ਨਾ ਕੀਜੈ ਆਸ। ਤਾਂ ਮਰਨ ਤੋਂ ਬਾਅਦ ਵਾਲੇ ਨਰਕ ਸਵਰਗ ਨੂੰ ਗੁਰਮਤਿ ਨੇ ਰੱਦ ਕੀਤਾ ਹੈ। ਆਮ ਧਾਰਮਿਕ ਲੋਕਾਂ ਦਾ ਵਿਚਾਰ ਇਹ ਵੀ ਸੀ ਕਿ ਮੁਕਤੀ ਵੀ ਮਨੁੱਖ ਨੂੰ ਮਰਨ ਤੋਂ ਬਾਅਦ ਹੀ ਮਿਲਦੀ ਹੈ। ਕਰਮ ਇਸ ਦੁਨੀਆ ਵਿੱਚ ਕਰੋ, ਮੁਕਤੀ ਮਰਨ ਤੋਂ ਬਾਅਦ ਮਿਲੇਗੀ। ਪਰ ਭਗਤ ਬੇਣੀ ਜੀ ਨੇ ਇਸ ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਵੀ ਪਾਵਨ ਬਾਣੀ ਦੇ ਅੰਦਰ ਖੰਡਨ ਕੀਤਾ ਔਰ ਬਚਨ ਕੀਤਾ, ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਬੇਣੀ ਜੀ ਕਹਿੰਦੇ ਨੇ ਕਿ ਪ੍ਰਭੂ ਪਿਆਰਿਓ, ਸਰਵਨ ਕਰੋ, ਇਸ ਗੱਲ ਦਾ ਜਵਾਬ ਦਿਓ, ਇਸ ਗੱਲ ਬਾਰੇ ਸੋਚੋ ਸਮਝੋ ਕਿ ਮਰਨ ਤੋਂ ਬਾਅਦ ਮੁਕਤੀ ਕਿਹਨੇ ਪਾਈ ਹੈ। ਭਾਵ ਕਿ ਮਰਨ ਤੋਂ ਬਾਅਦ ਕਿਸੇ ਨੇ ਵੀ ਮੁਕਤੀ ਨਹੀਂ ਪਾਈ, ਸਗੋਂ ਪ੍ਰਭੂ ਦੇ ਜੋ ਪਿਆਰੇ ਨੇ ਉਹ ਮਰਨ ਤੋਂ ਬਾਅਦ ਵਾਲੀ ਮੁਕਤੀ ਔਰ ਜੀਵਨ ਦੇ ਰਾਜ ਨੂੰ, ਪ੍ਰਭੂ ਨੂੰ ਵਿਸਾਰ ਕੇ ਨਹੀਂ ਚਾਹੁੰਦੇ। ਗੁਰੂ ਜੀ ਦਾ ਪਾਵਨ ਬਚਨ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਕਿ ਹੇ ਪ੍ਰਭੂ, ਮੈਨੂੰ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ, ਤੇਰੇ ਤੋਂ ਵਿਛੜਨ ਦੀ ਕੀਮਤ 'ਤੇ ਮੈਂ ਦੁਨਿਆਵੀ ਰਾਜ ਨਹੀਂ ਚਾਹੁੰਦਾ ਔਰ ਮਰਨ ਤੋਂ ਬਾਅਦ ਵਾਲੀ ਮੁਕਤੀ ਵੀ ਮੈਂ ਨਹੀਂ ਚਾਹੁੰਦਾ। ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਇੱਕ ਐਸੇ ਜੀਵਨ ਦੀ ਜੁਗਤ ਮਨੁੱਖ ਮਾਤਰ ਨੂੰ ਸਮਝਾਈ ਹੈ, ਜਿਸ ਜੀਵਨ ਜੁਗਤ ਨੂੰ ਅਪਣਾ ਕੇ ਮਨੁੱਖ ਇਸ ਜ਼ਿੰਦਗੀ ਦੇ ਅੰਦਰ ਆਪਣਾ ਗ੍ਰਸਤੀ ਜੀਵਨ ਜੀਂਦਾ, ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕਰਦਾ, ਹੱਸਦਾ ਖੇਡਦਾ ਖਾਂਦਾ ਪਹਿਨਦਾ ਮੁਕਤ ਹੋ ਸਕਦਾ ਹੈ। ਇਸ ਸੰਸਾਰ ਦੇ ਅੰਦਰ ਜ਼ਿੰਦਗੀ ਜੀਂਦਿਆਂ ਹੀ ਜੀਵਨ ਮੁਕਤੀ ਦਾ ਆਨੰਦ ਮਾਣ ਸਕਦਾ ਹੈ ਔਰ ਮੁਕਤ ਵੀ ਇਸ ਜੀਵਨ ਦੇ ਵਿੱਚ ਹੀ ਹੋਇਆ ਜਾ ਸਕਦਾ ਹੈ। ਗੁਰਦੇਵ ਨੇ ਇਸ ਪਾਵਨ ਸ਼ਬਦ ਰਾਹੀਂ ਐਸੇ ਜੀਵਨ ਦੀ ਜੁਗਤ ਪੇਸ਼ ਕੀਤੀ ਹੈ, ਜਿਸ ਜੀਵਨ ਜੁਗਤ ਨੂੰ ਅਪਣਾ ਕੇ ਮਨੁੱਖ ਰੱਬ ਦੇ ਅੰਦਰ ਲੀਨ ਹੋ ਜਾਂਦਾ ਹੈ ਔਰ ਪ੍ਰਭੂ ਇਸ ਦੇ ਹਿਰਦੇ ਦੇ ਅੰਦਰ ਸਦਾ ਵਾਸਤੇ ਵਸ ਜਾਂਦਾ ਹੈ। ਇਹ ਉਸ ਮਾਲਕ ਦਾ ਹੀ ਰੂਪ ਹੋ ਜਾਂਦਾ ਹੈ, ਜਿਸ ਪ੍ਰਥਾਏ ਭਗਤ ਕਬੀਰ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ। ਅਬ ਤੋ ਜਾਏ ਚੜ੍ਹੇ ਸਿੰਘਾਸਨ,
मिले हैं सारिंग पानी, राम कबीरा एक भै हैं कोई ना सके पछानी। ਤਾਂ ਜਿਉਂਦੇ ਜੀ ਕਿਵੇਂ ਪ੍ਰਭੂ ਦੇ ਵਿੱਚ ਲੀਨ ਹੋਣਾ ਹੈ, ਐਸੇ ਜੀਵਨ ਦੇ ਅੰਦਰ ਜਿਉਂਦੇ ਜੀ ਕਿਵੇਂ ਮੁਕਤ ਹੋਣਾ ਹੈ, ਗੁਰਦੇਵ ਪਾਤਸ਼ਾਹ ਨੇ ਜੀਵਨ ਮੁਕਤੀ ਦਾ ਸਿਧਾਂਤ ਪੇਸ਼ ਕੀਤਾ ਹੈ। ਸਾਨੂੰ ਉਹ ਜੀਵਨ ਦੀ ਜੁਗਤ ਸਮਝਾਈ ਹੈ। ਜੀਵਨ ਮੁਕਤ ਪ੍ਰਭੂ ਦੇ ਜੀਵਨ ਮੁਕਤ ਮਨੁੱਖ ਦੇ ਲਕਸ਼ਣ ਦੱਸੇ ਨੇ। ਆਓ ਬੜੇ ਪਿਆਰ ਦੇ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਗੁਰੂ ਜੀ ਪਹਿਲਾ ਬਚਨ ਕਰਦੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਕਿ ਹੇ ਭਾਈ, ਜਿਹੜਾ ਮਨੁੱਖ ਦੁੱਖ ਵਿੱਚ ਦੁੱਖਾਂ ਨੂੰ ਦੁੱਖ ਕਰਕੇ ਨਹੀਂ ਮੰਨਦਾ, ਭਾਵ ਦੁਖੀ ਨਹੀਂ ਹੁੰਦਾ, ਜੋ ਇਨਸਾਨ ਦੁੱਖਾਂ ਤੋਂ ਘਬਰਾਉਂਦਾ ਨਹੀਂ। ਆਮ ਇਸ ਦੁਨੀਆ ਦੇ ਅੰਦਰ ਦੇਖਦੇ ਹਾਂ ਕਿ ਮਨੁੱਖ ਦੇ ਜੀਵਨ ਵਿੱਚ ਜਦੋਂ ਸੁੱਖ ਆਉਂਦੇ ਨੇ ਤਾਂ ਉਹ ਸੁੱਖਾਂ ਨੂੰ ਵੇਖ ਕੇ ਵੀ ਕਈ ਵਾਰ ਜੀਵਨ ਦੇ ਅਸਲ ਰਾਹਾਂ ਤੋਂ ਵਿਚਲਿਤ ਹੋ ਜਾਂਦਾ ਹੈ। ਜੇ ਉਹਨੂੰ ਸੁੱਖ ਸੁਵਿਧਾਵਾਂ ਮਿਲਦੀਆਂ ਹੋਣ ਤੇ ਉਹਨੂੰ ਸੱਚ ਨੂੰ ਕਤਲ ਕਰਨਾ ਪਵੇ ਤਾਂ ਬਹੁਤ ਸਾਰੇ ਲੋਕ ਸੱਚ ਦਾ ਕਤਲ ਕਰ ਦਿੰਦੇ ਨੇ, ਭਾਵ ਸੱਚ ਨੂੰ ਛੱਡ ਦਿੰਦੇ ਨੇ ਔਰ ਦੁਨਿਆਵੀ ਸੁੱਖ ਸਹੂਲਤਾਂ ਪ੍ਰਾਪਤ ਕਰ ਲੈਂਦੇ ਨੇ। ਯਾਨੀ ਸੱਚ ਦੇ ਪਿੱਛੇ, ਦੁਨਿਆਵੀ ਸੁੱਖ ਸਹੂਲਤਾਂ ਦੇ ਪਿੱਛੇ ਉਹ ਸੱਚ ਨੂੰ ਹੀ ਛੱਡ ਦਿੰਦੇ ਨੇ। ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ ਵਾਲੀ ਉਹਨਾਂ ਦੀ ਅਵਸਥਾ ਹੁੰਦੀ ਹੈ ਅਤੇ ਉਹ ਆਪਣੇ ਆਤਮਿਕ ਜੀਵਨ ਦੇ ਉੱਤੇ ਆਪਣੇ ਹੱਥਾਂ ਦੇ ਨਾਲ ਆਪ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਲੈਂਦੇ ਨੇ। ਦੂਜੇ ਲੋਕ ਉਹ ਨੇ ਜੋ ਦੁੱਖਾਂ ਦੇ ਅੰਦਰ ਘਾਬਰ ਜਾਂਦੇ ਨੇ ਔਰ ਦੁੱਖਾਂ ਤੋਂ ਘਾਬਰ ਕੇ ਉਹ ਸੱਚ ਦੇ ਰਾਹਾਂ ਦਾ ਤਿਆਗ ਕਰ ਦਿੰਦੇ ਨੇ, ਇਨਸਾਨੀਅਤ ਨੂੰ ਕਈ ਵਾਰ ਛੱਡ ਬਹਿੰਦੇ ਨੇ ਔਰ ਸੱਚ ਦੇ ਰਾਹ ਤੋਂ ਭਟਕ ਜਾਂਦੇ ਨੇ, ਸੱਚ ਦਾ ਤਿਆਗ ਕਰ ਦਿੰਦੇ ਨੇ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਹਨ, ਉਸ ਮਨੁੱਖ ਦੇ ਹਿਰਦੇ ਦੇ ਅੰਦਰ ਪ੍ਰਭੂ ਦਾ ਨਿਵਾਸ ਹੁੰਦਾ ਹੈ ਜੋ ਇਨਸਾਨ ਦੁੱਖਾਂ ਨੂੰ ਵੇਖ ਕੇ ਕਦੇ ਵੀ ਘਾਬਰਦਾ ਨਹੀਂ ਔਰ ਕਦੇ ਵੀ ਸੱਚ ਦਾ ਤਿਆਗ ਨਹੀਂ ਕਰਦਾ। ਜ਼ਿੰਦਗੀ ਦੇ ਅੰਦਰ ਦੁੱਖ ਆਉਂਦੇ ਹਨ ਪਰ ਉਹ ਦੁੱਖਾਂ ਤੋਂ ਘਾਬਰਦਾ ਨਹੀਂ। ਜਿਵੇਂ ਅਸੀਂ ਅਰਦਾਸ ਦੇ ਅੰਦਰ ਰੋਜ਼ ਇਹ ਬਚਨ ਦੁਹਰਾਉਂਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ। ਕਿਤਨੇ ਕਸ਼ਟ ਆਏ, ਕਿਤਨੇ ਕਸ਼ਟ ਸਹਾਰੇ, ਪਰ ਇਹਨਾਂ ਕਸ਼ਟਾਂ ਨੂੰ ਵੇਖ ਕੇ ਉਹ ਇਹਨਾਂ ਕਸ਼ਟਾਂ ਤੋਂ ਘਾਬਰੇ ਨਹੀਂ, ਉਹਨਾਂ ਨੇ ਸੱਚ ਦਾ ਤਿਆਗ ਨਹੀਂ ਕੀਤਾ। ਉਹ ਇਨਸਾਨ ਹੀ ਜੀਵਨ ਮੁਕਤ ਹੁੰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਹੀ ਪ੍ਰਭੂ ਦਾ ਨਿਵਾਸ ਹੁੰਦਾ ਹੈ। ਉਹ ਇਨਸਾਨ ਹੀ ਸਫਲ ਹੁੰਦੇ ਨੇ, ਆਪਣੇ ਗੋਲ ਤੱਕ ਪਹੁੰਚਦੇ ਨੇ। ਅਗਲਾ ਬਚਨ ਕਰਦੇ ਨੇ, ਜੀਵਨ ਮੁਕਤ ਪੁਰਸ਼ ਦੇ ਲਕਸ਼ਣ ਕੀ ਨੇ, ਕਿਹਨਾਂ ਦੇ ਹਿਰਦੇ ਵਿੱਚ ਨਿਵਾਸ ਪ੍ਰਭੂ ਕਰਦਾ ਹੈ। ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸੁੱਖਾਂ ਦੇ ਨਾਲ ਮੋਹ ਨਹੀਂ ਔਰ ਜੋ ਕਿਸੇ ਕਿਸਮ ਦੇ ਉਹਦੇ ਹਿਰਦੇ ਦੇ ਅੰਦਰ ਡਰ ਨਹੀਂ ਹਨ ਔਰ ਜਿਹੜਾ ਸੋਨੇ ਨੂੰ ਵੀ ਮਿੱਟੀ ਸਮਾਨ ਸਮਝਦਾ ਹੈ, ਭਾਵ ਕਿ ਬੇਗਾਨਾ ਹੱਕ ਸੋਨੇ ਵਰਗਾ ਵੀ ਕੀਮਤੀ ਹੋਵੇ ਉਹਨੂੰ ਮਿੱਟੀ ਸਮਝ ਕੇ ਛੱਡ ਦਿੰਦਾ ਹੈ। ਐਸੇ ਮਨੁੱਖ ਦੇ ਹਿਰਦੇ ਦੇ ਅੰਦਰ ਪ੍ਰਭੂ ਦਾ ਨਿਵਾਸ ਹੈ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਕੇਵਲ ਸੁੱਖਾਂ ਦੇ ਨਾਲ ਹੀ ਸਨੇਹ ਹੈ। ਉਹ ਆਪਣੇ ਸੁੱਖਾਂ ਨੂੰ ਛੱਡ ਕੇ ਨਾ ਕਿਸੇ ਦੀ ਸੇਵਾ ਕਰਨੀ ਚਾਹੁੰਦੇ ਨੇ, ਨਾ ਕਿਸੇ ਦਾ ਸਹਿਯੋਗ ਕਰਨਾ ਚਾਹੁੰਦੇ ਨੇ। ਜੇ ਸੱਚ ਦੇ ਰਾਹ 'ਤੇ ਤੁਰਨ ਦੇ ਨਾਲ ਉਹਨਾਂ ਦੇ ਕਿਸੇ ਸੁੱਖ ਸਾਧਨ ਨੂੰ ਠੇਸ ਪਹੁੰਚਦੀ ਹੈ ਤਾਂ ਉਹ ਸੱਚ ਨੂੰ ਛੱਡ ਜਾਂਦੇ ਨੇ। ਪਰ ਕੁਛ ਲੋਕ ਐਸੇ ਨੇ ਇਸ ਦੁਨੀਆ ਦੇ ਅੰਦਰ ਜਿਹੜੇ ਧਰਮ ਦੇ ਰਾਹਾਂ 'ਤੇ ਚੱਲਦੇ ਨੇ, ਜੋ ਪ੍ਰਭੂ ਦੀ ਰਜ਼ਾ ਦੇ ਅੰਦਰ ਜੀਵਨ ਬਸ਼ਰ ਕਰਦੇ ਨੇ। ਉਹਨਾਂ ਦਾ ਸਨੇਹ ਸੱਚ ਦੇ ਨਾਲ ਹੈ, ਰੱਬੀ ਰਜ਼ਾ ਦੇ ਨਾਲ ਹੈ, ਗੁਰੂ ਦੇ ਦੱਸੇ ਜੀਵਨ ਜੁਗਤ ਦੇ ਨਾਲ ਹੈ। ਉਹਨਾਂ ਦਾ ਸੁੱਖਾਂ ਔਰ ਦੁੱਖਾਂ ਦੇ ਨਾਲ ਕੋਈ ਸੰਬੰਧ ਨਹੀਂ, ਉਹਨਾਂ ਦਾ ਸੱਚ ਦੇ ਨਾਲ ਪਿਆਰ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਇਨਸਾਨ ਭੈ ਤੋਂ ਮੁਕਤ ਹੈ, ਨਾ ਕਿਸੇ ਨੂੰ ਡਰਾਉਂਦਾ ਹੈ, ਨਾ ਹੀ ਡਰਦਾ ਹੈ, ਨਾ ਜ਼ੁਲਮ ਕਰਦਾ ਹੈ, ਨਾ ਜ਼ੁਲਮ ਸਹਾਰਦਾ ਹੈ, ਸਗੋਂ ਆਪ ਵੀ ਜੀਂਦਾ ਹੈ ਔਰ ਦੂਜਿਆਂ ਨੂੰ ਵੀ ਜੀਵਨ ਦੀ ਦੂਜਿਆਂ ਨੂੰ ਵੀ ਜੀਵਨ ਬਖਸ਼ਦਾ ਹੈ, ਦੂਜਿਆਂ ਦੇ ਜੀਵਨ ਦੇ ਅੰਦਰ ਸਗੋਂ ਸਹਿਯੋਗ ਕਰਦਾ ਹੈ। ਔਰ ਜੋ ਬੇਗਾਨੇ ਹੱਕ ਨਹੀਂ ਖਾਂਦਾ, ਜੋ ਕੰਚਨ ਮਿੱਟੀ ਨੂੰ ਸਮਾਨ ਸਮਝਦਾ ਹੈ, ਭਾਵ ਬੇਗਾਨੇ ਹੱਕਾਂ ਨੂੰ ਨਹੀਂ ਖਾਂਦਾ, ਉਹ ਇਨਸਾਨ ਹੀ ਜੀਵਨ ਮੁਕਤ ਹੈ। ਉਹਦੇ ਹਿਰਦੇ ਦੇ ਅੰਦਰ ਹੀ ਪ੍ਰਭੂ ਦਾ ਨਿਵਾਸ ਹੈ। ਉਹੀ ਸਾਰਿਆਂ ਦੇ ਅੰਦਰ ਉਸ ਰੱਬ ਦੀ ਜੋਤ ਨੂੰ ਵੇਖਦਾ ਔਰ ਤੱਕਦਾ ਹੈ।
ਤੀਜਾ ਗੁਣ ਦੱਸ ਰਹੇ ਨੇ, ਤੀਜੀ ਪਾਵਨ ਪੰਕਤੀ ਦੇ ਅੰਦਰ ਬਚਨ ਕਰਦੇ ਨੇ, ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਿਮਾਨਾ। ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗਲੀ ਔਰ ਬੁਰਾਈ ਨਹੀਂ, ਔਰ ਜੋ ਕਿਸੇ ਦੀ ਖੁਸ਼ਾਮਦ ਨਹੀਂ ਕਰਦਾ। ਹੁਣ ਉਸਤਤ ਔਰ ਨਿੰਦਾ ਕੀ ਹੈ, ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਤਿੰਨ ਚੀਜ਼ਾਂ ਨੇ, ਜਿਵੇਂ 2 ਔਰ 2 3, 2 ਔਰ 2 4, 2 ਔਰ 2 5। ਇਹਨਾਂ ਦੇ ਵਿੱਚੋਂ ਇੱਕ ਠੀਕ ਹੈ, 2 ਔਰ 2 4। 2 ਤੇ 2 3 ਕਹਿਣਾ ਵੀ ਗਲਤ ਹੈ, 2 ਤੇ 2 5 ਕਹਿਣਾ ਵੀ ਗਲਤ ਹੈ। 2 ਤੇ 2 3 ਕਹਿਣਾ ਇਹ ਨਿੰਦਿਆ ਹੈ, 2 ਤੇ 2 5 ਕਹਿਣਾ ਇਹ ਉਸਤਤ ਹੈ, 2 ਤੇ 2 4 ਕਹਿਣਾ ਇਹ ਸੱਚਾਈ ਹੈ। ਕਈ ਵਾਰ ਲੋਕ ਸੱਚਾਈ ਨੂੰ ਵੀ ਨਿੰਦਿਆ ਸਮਝ ਲੈਂਦੇ ਨੇ, ਔਰ ਨਿੰਦਿਆ ਸਮਝ ਕੇ ਉਹ ਸੱਚ ਬੋਲਣ ਤੋਂ ਗੁਰੇਜ਼ ਕਰਦੇ ਨੇ, ਔਰ ਆਮ ਕਹਿ ਦਿੰਦੇ ਨੇ ਸਾਨੂੰ ਕੀ ਲੋੜ ਹੈ ਕਿਸੇ ਦੀ ਨਿੰਦਿਆ ਕਰਨ ਦੀ। ਤਾਂ ਇਸ ਲਈ ਨਿੰਦਿਆ ਕੀ ਇਹ ਚੀਜ਼ ਸਮਝਣ ਦੀ ਲੋੜ ਹੈ। ਆਪਣੇ ਸਵਾਰਥ ਵਾਸਤੇ ਕਿਸੇ ਦੇ ਗੁਣਾਂ ਨੂੰ ਅਵਗੁਣ ਬਣਾ ਕੇ ਪੇਸ਼ ਕਰਨ ਦਾ ਨਾਮ ਨਿੰਦਿਆ ਹੈ। ਔਰ ਕੁਝ ਲੋਕ ਆਪਣੇ ਸਵਾਰਥ ਕਰਕੇ ਕਿਸੇ ਦੇ ਗੁਣਾਂ ਨੂੰ ਅਵਗੁਣ ਬਣਾ ਕੇ ਪੇਸ਼ ਕਰਦੇ ਹਨ। ਤਾਂ ਆਪਣੇ ਸਵਾਰਥ ਕਰਕੇ ਕਿਸੇ ਦੇ ਗੁਣਾਂ ਨੂੰ ਵੀ ਅਵਗੁਣ ਬਣਾ ਕੇ ਪੇਸ਼ ਕਰਨਾ, ਖੁਸ਼ਾਮਦ ਕਰਨੀ, ਇਹ ਉਸ ਮਨੁੱਖ ਦੀ ਉਸਤਤ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੀਵਨ ਮੁਕਤ ਪੁਰਸ਼ ਉਹ ਹੈ ਜੋ ਨਾ ਕਿਸੇ ਦੀ ਨਿੰਦਿਆ ਕਰਦਾ, ਨਾ ਉਸਤਤ ਕਰਦਾ, ਜੋ ਕਿਸੇ ਦੀ ਝੂਠੀ ਖੁਸ਼ਾਮਦ ਵੀ ਨਹੀਂ ਕਰਦਾ, ਔਰ ਜੋ ਕਿਸੇ ਦੀ ਝੂਠੀ ਬਦਖੋਈ ਨਹੀਂ ਕਰਦਾ, ਸਗੋਂ ਉਹ ਸੱਚ ਦੇ ਰਾਹਾਂ 'ਤੇ ਤੁਰਦਾ ਹੈ। ਉਸੇ ਦਾ ਮਿਲਾਪ ਰੱਬ ਦੇ ਨਾਲ ਹੋ ਸਕਦਾ। ਗੁਰੂ ਜੀ ਨੇ ਪਾਵਨ ਬਚਨ ਕੀਤਾ ਨਾ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਛ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਹੁਣ ਹੱਬੇ ਸਾਕ ਕੁੜਾਵੇ ਡਿੱਠੇ ਦਾ ਮਤਲਬ ਦੁਨਿਆਵੀ ਰਿਸ਼ਤੇ ਨਹੀਂ ਹਨ। ਇਹਨਾਂ ਰਿਸ਼ਤਿਆਂ ਦੇ ਪਿੱਛੇ ਦੀ ਭਾਵਨਾ ਹੈ। ਬੰਦੇ ਦੇ 2-3 ਕਿਸਮ ਦੇ ਰਿਸ਼ਤੇ ਨੇ। ਇੱਕ ਤੇ ਬੰਦੇ ਦੇ ਰਿਸ਼ਤੇ ਐਸੇ ਨੇ ਜਿਨ੍ਹਾਂ ਦੀ ਇਹ ਬੰਦਾ ਨਿੰਦਿਆ ਕਰਦਾ ਹੈ, ਜਿਨ੍ਹਾਂ ਦੀ ਇਹ ਚੁਗਲੀ ਕਰਦਾ ਹੈ, ਬਦਖੋਈ ਕਰਦਾ ਹੈ। ਹੁਣ ਇਹ ਹੈ ਨਿੰਦਾ ਦਾ ਰਿਸ਼ਤਾ, ਕਿਸੇ ਲੋਕ ਦੀ ਨਿੰਦਿਆ ਕਰਨੀ। ਦੂਜਾ ਹੈ ਕੁਝ ਲੋਕਾਂ ਦੀ ਇਹ ਖੁਸ਼ਾਮਦੀ ਕਰਦਾ ਹੈ, ਝੂਠੀ, ਇਹ ਖੁਸ਼ਾਮਦੀ ਵਾਲਾ ਰਿਸ਼ਤਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਨਿੰਦਿਆ ਔਰ ਉਸਤਤ ਦੇ ਜੋ ਸੰਬੰਧ ਨੇ ਇਹ ਝੂਠੇ ਨੇ। ਇਸ ਨਿੰਦਾ ਔਰ ਉਸਤਤ ਦੇ ਰਿਸ਼ਤੇ ਨੂੰ ਤਿਆਗ ਕੇ ਹੀ ਸੱਚ ਦੇ ਮਾਰਗ 'ਤੇ ਤੁਰਿਆ ਜਾ ਸਕਦਾ ਹੈ। ਇਸ ਲਈ ਹੇ ਮਾਲਕ, ਮੈਂ ਨਿੰਦਾ ਔਰ ਝੂਠ ਦੇ ਨਾਲ ਜੋ ਮੇਰੇ ਰਿਸ਼ਤੇ ਸਨ, ਜੋ ਮੇਰੇ ਸੰਬੰਧ ਸਨ, ਉਹਨਾਂ ਨੂੰ ਮੈਂ ਤਿਆਗ ਦਿੱਤਾ ਹੈ। ਮੈਂ ਤੇਰੇ ਲੜ ਲੱਗ ਗਈ ਹਾਂ, ਭਾਵ ਮੈਂ ਸੱਚ ਦੇ ਰਾਹਾਂ ਦੇ ਉੱਤੇ ਤੁਰੀ ਹਾਂ, ਮੈਂ ਸੱਚ ਦੇ ਰਾਹਾਂ ਨੂੰ ਅਪਣਾਇਆ ਹੈ। ਉਹ ਬੰਦਾ ਹੀ ਮੁਕਤ ਆਖਿਆ ਜਾਏਗਾ ਜੋ ਬੰਦਾ ਉਸਤਤ ਨਿੰਦਾ ਤੋਂ ਮੁਕਤ ਹੋ ਕੇ ਸੱਚ ਦੇ ਰਾਹਾਂ 'ਤੇ ਤੁਰਦਾ ਹੈ। ਗੁਰੂ ਜੀ ਕਹਿੰਦੇ ਨੇ ਉਹ ਬੰਦਾ ਹੀ ਮੁਕਤ ਹੈ ਜਿਸ ਦੇ ਅੰਦਰ ਲੋਭ ਮੋਹ ਔਰ ਅਭਿਮਾਨ ਨਹੀਂ ਹੈ। ਕਿਉਂਕਿ ਲੋਭੀ ਮਨੁੱਖ ਬੇਗਾਨੇ ਹੱਕ ਖਾਏਗਾ, ਲੋਭੀ ਮਨੁੱਖ ਰਿਸ਼ਵਤ ਲਵੇਗਾ, 2 ਨੰਬਰ ਦੇ ਧੰਦੇ ਕਰੇਗਾ, ਮਿਲਾਵਟੀ ਸਮਾਨ ਵੇਚੇਗਾ, ਡੁਪਲੀਕੇਟ ਦਵਾਈਆਂ ਆਦਿਕ ਵੇਚੇਗਾ। ਲੋਭੀ ਮਨੁੱਖ ਬੇਗਾਨੇ ਹੱਕ ਖਾਏਗਾ। ਲੋਭੀ ਮਨੁੱਖ ਸ਼ਾਰਟਕਟ ਅਪਣਾਉਂਦਾ ਹੈ, ਔਰ ਲੋਭੀ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਕਦੇ ਵੀ ਸ਼ਾਂਤੀ ਨਹੀਂ ਆਉਂਦੀ। ਲੋਭੀ ਮਨੁੱਖ ਕਦੇ ਵੀ ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦਾ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਅਸਲ ਦੇ ਅੰਦਰ ਉਹ ਮਨੁੱਖ ਜੀਵਨ ਮੁਕਤੀ ਦਾ ਆਨੰਦ ਮਾਣਦਾ ਹੈ ਜਿਸ ਦੇ ਜੀਵਨ ਦੇ ਅੰਦਰ ਲੋਭ ਨਹੀਂ ਹੈ। ਔਰ ਲੋਭ ਕੰਮ ਕਰਨ ਨੂੰ ਨਹੀਂ ਕਹਿੰਦੇ। ਲੋਭ ਦਾ ਮਤਲਬ ਹੀ ਇਹ ਹੈ ਕਿ ਅਪ੍ਰਾਪਤ ਵਸਤੂ ਨੂੰ ਨਾਜਾਇਜ਼ ਢੰਗਾਂ ਦੇ ਨਾਲ ਪ੍ਰਾਪਤ ਕਰਨ ਦਾ ਯਤਨ ਹੀ ਲੋਭ ਹੈ। ਜਿਸ ਦੇ ਅੰਦਰ ਮੋਹ ਨਹੀਂ ਹੈ, ਜੋ ਸੈਲਫਿਸ਼ ਨਹੀਂ ਹੈ, ਜਿਸ ਦੇ ਅੰਦਰ ਸਵਾਰਥ ਨਹੀਂ ਹੈ। ਕਿਉਂਕਿ ਜਦੋਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਮੋਹ ਦੀ ਪਕੜ ਹੁੰਦੀ ਹੈ, ਜਦੋਂ ਮਨੁੱਖ ਸੈਲਫਿਸ਼ ਹੋ ਜਾਂਦਾ ਹੈ, ਇਹਦੇ ਅੰਦਰ ਸਵਾਰਥ ਆ ਜਾਂਦਾ ਹੈ, ਤਾਂ ਇਹ ਆਪਣੇ ਸੁੱਖਾਂ ਵਾਸਤੇ ਦੂਜਿਆਂ ਨੂੰ ਦੁੱਖਾਂ ਦੇ ਸਾਗਰ ਦੇ ਅੰਦਰ ਧਕੇਲਣ ਤੋਂ ਸੰਕੋਚ ਨਹੀਂ ਕਰਦਾ। ਆਪਣੇ ਵਿਕਾਸ ਵਾਸਤੇ ਕਿਸੇ ਦੂਜੇ ਦਾ ਵਿਨਾਸ਼ ਕਰਨਾ ਇਹਦੇ ਖੱਬੇ ਹੱਥ ਦਾ ਖੇਲ ਹੋ ਜਾਂਦਾ ਹੈ। ਤਾਂ ਉਹ ਮਨੁੱਖ ਹੀ ਜੀਵਨ ਮੁਕਤੀ ਦਾ ਆਨੰਦ ਮਾਣ ਸਕਦਾ ਹੈ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਮੋਹ ਨਹੀਂ। ਔਰ ਗੁਰੂ ਜੀ ਕਹਿੰਦੇ ਨੇ ਉਹੀ ਜੀਵਨ ਮੁਕਤ ਹੈ ਜਿਸ ਦੇ ਅੰਦਰ ਅਭਿਮਾਨ ਨਹੀਂ ਹੈ, ਅਹੰਕਾਰ ਨਹੀਂ ਹੈ। ਕਿਉਂਕਿ ਅਹੰਕਾਰੀ ਮਨੁੱਖ
ਕਦੇ ਵੀ ਕਿਸੇ ਦੂਜੇ ਦੇ ਅੰਦਰ ਪ੍ਰਭੂ ਦੀ ਜੋਤ ਵੇਖ ਕੇ ਰੱਬ ਵਰਗਾ ਪਿਆਰ ਔਰ ਸਤਿਕਾਰ ਨਹੀਂ ਦੇਵੇਗਾ। ਅਹੰਕਾਰੀ ਮਨੁੱਖ ਹਮੇਸ਼ਾ ਹੀ ਦੂਜਿਆਂ ਦੀਆਂ ਭਾਵਨਾਵਾਂ ਦਾ ਕਤਲ ਕਰੇਗਾ। ਅਹੰਕਾਰੀ ਮਨੁੱਖ ਆਪਣੇ ਆਪ ਨੂੰ ਉੱਚਾ ਔਰ ਦੂਜੇ ਨੂੰ ਹਮੇਸ਼ਾ ਨੀਵਾਂ ਵਿਖਾਉਣ ਦਾ ਯਤਨ ਕਰੇਗਾ। ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗਮਾਤ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ। ਗੁਰਦੇਵ ਪਾਵਨ ਬਾਣੀ ਵਿੱਚ ਬਚਨ ਕਰ ਰਹੇ ਨੇ ਕਿ ਮਨ, ਬਚਨ ਔਰ ਕਰਮ ਕਰਕੇ ਜੋ ਅਹੰਕਾਰੀ ਹਨ ਉਹਨਾਂ ਨੂੰ ਮੈਂ ਅਹੰਕਾਰ ਔਰ ਅੱਗ ਦੀ ਈਰਖਾ ਦੀ ਅੱਗ ਦੇ ਅੰਦਰ ਸੜਦਿਆਂ ਹੋਇਆਂ ਵੇਖਿਆ ਹੈ। ਐਸੇ ਲੋਕ ਕਦੇ ਵੀ ਜੀਵਨ ਮੁਕਤੀ ਦਾ ਆਨੰਦ ਨਹੀਂ ਮਾਣਦੇ। ਤਾਂ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਦੇ ਅੰਦਰ ਕਿਸੇ ਦੀ ਝੂਠੀ ਬਦਖੋਈ ਨਹੀਂ, ਜੋ ਕਿਸੇ ਦੀ ਖੁਸ਼ਾਮਦ ਨਹੀਂ ਕਰਦੇ, ਜਿਨ੍ਹਾਂ ਵਿੱਚ ਲੋਭ ਨਹੀਂ, ਜਿਨ੍ਹਾਂ ਅੰਦਰ ਸਵਾਰਥ ਨਹੀਂ, ਜਿਨ੍ਹਾਂ ਅੰਦਰ ਅਹੰਕਾਰ ਨਹੀਂ, ਉਹ ਮਨੁੱਖ ਹੀ ਅਸਲ ਦੇ ਅੰਦਰ ਮੁਕਤ ਨੇ। ਉਹਨਾਂ ਦੇ ਹਿਰਦੇ ਅੰਦਰ ਹੀ ਪ੍ਰਭੂ ਦਾ ਨਿਵਾਸ ਹੁੰਦਾ ਹੈ। ਅਗਲਾ ਬਚਨ ਕਰਦੇ ਨੇ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਜੋ ਖੁਸ਼ੀ ਔਰ ਗਮੀ ਤੋਂ ਨਿਰਲੇਪ ਰਹਿੰਦਾ ਹੈ ਔਰ ਜਿਸ ਨੂੰ ਆਦਰ ਨਹੀਂ ਪਾਉਂਦਾ, ਜਿਸ ਨੂੰ ਨਿਰਾਦਰੀ ਨਹੀਂ ਪਾਉਂਦੀ। ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜੋ ਇਸ ਸੰਸਾਰ ਦੇ ਅੰਦਰ ਇੱਜ਼ਤ ਮਾਣ ਵਾਸਤੇ ਹੀ ਕੰਮ ਕਰਦੇ ਨੇ। ਬਹੁਤ ਸਾਰੇ ਲੋਕ ਨਿਰਾਦਰੀ ਤੋਂ ਡਰਦੇ ਨੇ ਔਰ ਉਹ ਸੱਚ ਨੂੰ ਨਹੀਂ ਅਪਣਾਉਂਦੇ। ਜੇ ਝੂਠ ਬੋਲ ਕੇ ਆਦਰ ਮਿਲਦਾ ਹੈ ਤਾਂ ਉਹ ਝੂਠ ਬੋਲ ਲੈਣਗੇ। ਜੇ ਝੂਠ ਬੋਲ ਕੇ ਨਿਰਾਦਰੀ ਤੋਂ ਬਚ ਸਕਦੇ ਨੇ ਤਾਂ ਉਹ ਝੂਠ ਬੋਲਣ ਦਾ ਯਤਨ ਕਰਨਗੇ। ਲੇਕਿਨ ਸੱਚ 'ਤੇ ਤੁਰਨ ਵਾਸਤੇ ਬੰਦੇ ਨੂੰ ਆਦਰ ਔਰ ਨਿਰਾਦਰ ਦੀ ਭਾਵਨਾ ਦਾ ਤਿਆਗ ਕਰਨਾ ਪਵੇਗਾ। ਆਦਰ ਔਰ ਨਿਰਾਦਰ ਦੀ ਭਾਵਨਾ ਜਿਸ ਦੇ ਅੰਦਰ ਹੈ ਉਹ ਸੱਚ ਦੇ ਰਾਹਾਂ ਨੂੰ ਅਪਣਾ ਨਹੀਂ ਸਕੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਮਨੁੱਖ ਦੇ ਅੰਦਰ ਹਰਖ ਸੋਗ, ਖੁਸ਼ੀ ਗਮੀ ਨਹੀਂ ਹੈ, ਜੋ ਕੇਵਲ ਖੁਸ਼ੀ ਔਰ ਗਮੀ ਵਾਸਤੇ ਹੀ ਜ਼ਿੰਦਗੀ ਦੇ ਅੰਦਰ ਕਰਮ ਨਹੀਂ ਕਰਦਾ। ਭਗਤ ਕਬੀਰ ਜੀ ਦਾ ਬੜਾ ਪਿਆਰਾ ਬਚਨ ਹੈ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ। ਕਬੀਰ ਜੀ ਕਹਿੰਦੇ ਨੇ, ਮੈਂ ਮਾਇਆ ਦੇ ਨੱਕ ਵੱਢ ਦਿੱਤਾ, ਮਾਇਆ ਦੇ ਕੰਨ ਵੱਢ ਦਿੱਤੇ ਔਰ ਨੱਕ ਔਰ ਕੰਨ ਵੱਢ ਵੁੱਢ ਕੇ ਮੈਂ ਭਰੇ ਸੁੱਟ ਦਿੱਤਾ। ਹੁਣ ਕਿਸੇ ਨੇ ਪੁੱਛਿਆ ਕਿ ਭਗਤ ਕਬੀਰ ਜੀ, ਜਦੋਂ ਮਾਇਆ ਆਪ ਦੀ ਪਕੜ ਵਿੱਚ ਆ ਹੀ ਗਈ ਤਾਂ ਉਹਦਾ ਗਲਾ ਕੱਟ ਦਿੰਦੇ, ਉਹਦਾ ਸਿਆਪਾ ਹੀ ਮੁੱਕ ਜਾਂਦਾ, ਤੁਸੀਂ ਨੱਕ ਔਰ ਕੰਨ ਹੀ ਕਿਉਂ ਕੱਟੇ? ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਮਾਇਆ ਦਾ ਗਲਾ ਨਹੀਂ ਹੁੰਦਾ, ਨੱਕ ਔਰ ਕੰਨ ਹੀ ਹੁੰਦੇ ਨੇ। ਕਿਵੇਂ ਹੁੰਦੇ ਨੇ? ਕਿਉਂਕਿ ਲੋਕ ਇਸ ਦੁਨੀਆ ਦੇ ਅੰਦਰ ਨੱਕ ਰੱਖਣ ਵਾਸਤੇ ਕੰਮ ਕਰਦੇ ਨੇ ਕਿ ਇਹ ਕੰਮ ਕਰਨ ਦੇ ਨਾਲ ਮੈਨੂੰ ਮਾਣ ਮਿਲੇਗਾ, ਮੈਨੂੰ ਇੱਜ਼ਤ ਮਿਲੇਗੀ। ਲੋਕ ਪੁੱਠੇ ਸਿੱਧੇ ਕੰਮ ਕਰਦੇ ਨੇ ਕਿ ਮੈਂ ਨੱਕ ਰੱਖਾਂਗਾ, ਯਾਨੀ ਲੋਕ ਲਾਜ ਵਾਸਤੇ ਕਰਮ ਕਰਦੇ ਨੇ। ਤਾਂ ਕਬੀਰ ਜੀ ਕਹਿੰਦੇ ਨੇ, ਕੋਈ ਵੀ ਕਰਮ ਮੈਂ ਲੋਕ ਲਾਜ ਵਾਸਤੇ ਨਹੀਂ ਕਰਦਾ। ਤੇ ਦੂਜਾ ਹੈ, ਲੋਕ ਆਪਣੇ ਕੀਤੇ ਹੋਏ ਕੰਮਾਂ ਦੀ ਫਿਰ ਸਿਫਤ ਸੁਣਨਾ ਚਾਹੁੰਦੇ ਨੇ। ਲੋਕ ਸੁਣਨਾ ਚਾਹੁੰਦੇ ਨੇ, ਆ ਕੱਪੜੇ ਪਾਏ ਨੇ, ਕਿਵੇਂ ਦਾ ਲੱਗਾ ਸੂਟ? ਲੋਕ ਅੱਗੋਂ ਕਹਿੰਦੇ ਨੇ ਬੜਾ ਵਧੀਆ। ਤਾਂ ਲੋਕ ਸੁਣਨਾ ਚਾਹੁੰਦੇ ਨੇ। ਵਿਆਹ ਸ਼ਾਦੀ ਵੀ ਕਿਵੇਂ ਦਾ ਰਿਹਾ ਸਮਾਗਮ? ਵਾਹ ਵੀ ਵਾਹ, ਤੁਸੀਂ ਤੇ ਵਿਆਹ ਦੇ ਅੰਦਰ ਕਮਾਲ ਕਰ ਦਿੱਤੀ, ਐਸਾ ਸਮਾਗਮ ਤੇ ਕਦੇ ਦੇਖਿਆ ਹੀ ਨਹੀਂ। ਲੋਕ ਕੰਨਾਂ ਦੇ ਨਾਲ ਸਿਫਤ ਕਰਨਾ ਚਾਹੁੰਦੇ ਨੇ ਔਰ ਨੱਕ ਰੱਖਣ ਦੀ ਭਾਵਨਾ ਨੂੰ ਲੈ ਕੇ ਕਰਮ ਕਰਦੇ ਨੇ। ਕਬੀਰ ਜੀ ਕਹਿੰਦੇ ਨੇ, ਮੈਂ ਸੱਚ ਦੇ ਰਾਹਾਂ 'ਤੇ ਤੁਰ ਰਿਹਾ, ਇਸ ਵਾਸਤੇ ਨਹੀਂ ਤੁਰ ਰਿਹਾ ਕਿ ਮੇਰਾ ਨੱਕ ਰਵੇ, ਮੈਂ ਲੋਕ ਲਾਜ ਵਾਸਤੇ ਨਹੀਂ ਇਹ ਕਰਮ ਕਰ ਰਿਹਾ ਔਰ ਨਾ ਹੀ ਮੈਂ ਆਪਣੀ ਸਿਫਤ ਸੁਣਨਾ ਚਾਹੁੰਦਾ। ਉਹ ਇਹਨਾਂ ਚੀਜ਼ਾਂ ਤੋਂ ਬਿਲਕੁਲ ਮੁਕਤ ਨੇ। ਇਸੇ ਨੂੰ ਕਹਿੰਦੇ ਨੇ ਹਰਖ ਔਰ ਸੋਗ ਤੋਂ, ਮਾਨ ਔਰ ਅਪਮਾਨ ਤੋਂ ਨਿਆਰਾ ਰਹਿਣਾ। ਜਿਹੜਾ ਇਹਨਾਂ ਭਾਵਨਾਵਾਂ ਤੋਂ ਉਤਾਂ ਉੱਠ ਜਾਂਦਾ ਹੈ ਉਹਦੇ ਹਿਰਦੇ ਦੇ ਅੰਦਰ ਪ੍ਰਭੂ ਦਾ ਨਿਵਾਸ ਹੁੰਦਾ ਹੈ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸ਼ਾ। ਜਿਹੜਾ ਮਨੁੱਖ ਆਸਾਂ ਉਮੀਦਾਂ ਸਭ ਤਿਆਗ ਦਿੰਦਾ ਹੈ ਔਰ ਜਗਤ ਤੋਂ ਨਿਰਮੋਹ ਹੋ ਜਾਂਦਾ ਹੈ, ਯਾਨੀ ਉਹ ਕਿਸੇ ਤੋਂ ਉਮੀਦ ਨਹੀਂ ਰੱਖਦਾ ਕਿ ਮੈਨੂੰ ਫਲਾਂ ਬੰਦੇ ਦੇ ਕੋਲੋਂ ਇਹ ਚੀਜ਼ ਮਿਲੇਗੀ। ਉਹ ਖੁਦ ਮੁਖਤਿਆਰ ਹੁੰਦਾ ਹੈ, ਉਹ ਆਪਣੇ ਕਾਰਜ ਆਪ ਕਰਦਾ ਹੈ। ਉਹਦੀ ਜ਼ਿੰਦਗੀ ਦੇ ਅੰਦਰ ਕੋਈ ਵੱਖਰੀ ਆਸ ਉਮੀਦ ਨਹੀਂ। ਇਹਨਾਂ ਦੇ ਉੱਤੋਂ ਬਿਲਕੁਲ ਉਹ ਮੁਕਤ ਹੈਗਾ ਔਰ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ। ਭਾਵ ਕਿ ਉਹ ਆਪਣੇ ਜੀਵਨ ਨਿਰਬਾਹ ਵਾਸਤੇ ਸੱਚ ਨੂੰ ਆਧਾਰ ਬਣਾ ਕੇ ਕਰਮ ਕਰਦਾ ਹੈ। ਵਿਕਾਰਾਂ ਦੇ ਅੰਦਰ ਉਹ ਖਚਤ ਨਹੀਂ ਹੁੰਦਾ, ਉਹਦੇ ਅੰਦਰ ਮੋਹ ਔਰ ਸਵਾਰਥ ਨਹੀਂ ਹੁੰਦਾ। ਐਸਾ ਮਨੁੱਖ ਹੀ ਆਪਣੇ ਹਿਰਦੇ ਦੇ ਅੰਦਰ ਪ੍ਰਭੂ ਦਾ ਨਿਵਾਸ ਕਰਦਾ ਹੈ। ਕਾਮ, ਅਗਲਾ ਬਚਨ ਕਰਦੇ ਨੇ, ਕਾਮ ਕ੍ਰੋਧ ਜਿਹ ਪਰਸੈ ਨਾਹਨ, ਤੇਹ ਘਟ ਬ੍ਰਹਮ ਨਿਵਾਸਾ। ਜਿਸ ਮਨੁੱਖ ਦੀ ਮਾਨਸਿਕਤਾ ਨੂੰ, ਸੋਚ ਨੂੰ ਕਾਮ ਔਰ ਕ੍ਰੋਧ ਪਰਸਦੇ ਵੀ ਨਹੀਂ, ਉਹਦੇ ਹਿਰਦੇ ਦੇ ਅੰਦਰ, ਉਹਦੀ ਸੋਚ, ਉਹਦੀ ਮੈਂਟੈਲਿਟੀ, ਉਹਦੇ ਮਨ ਦੇ ਅੰਦਰ ਪ੍ਰਭੂ ਦਾ ਨਿਵਾਸ ਹੁੰਦਾ ਹੈ। ਕਾਮ ਕ੍ਰੋਧ
ਨਾ ਪਰਸਨ ਤੋਂ ਭਾਵ ਕਿ ਜੋ ਪਰ ਇਸਤਰੀ ਨੂੰ ਆਪਣੀ ਧੀ, ਭੈਣ ਔਰ ਮਾਂ ਦੀ ਤਰ੍ਹਾਂ ਸਮਝਦਾ ਹੈ ਔਰ ਜਿਸ ਦੇ ਜੀਵਨ ਦੇ ਅੰਦਰ ਕ੍ਰੋਧ ਨਹੀਂ ਹੈ, ਭਾਵ ਕਿ ਉਹ ਐਵੇਂ ਹੀ ਸੱਪ ਦੀ ਤਰ੍ਹਾਂ ਫੂੰ ਫੂੰ ਕਰਕੇ ਲੋਕਾਂ ਨੂੰ ਨਹੀਂ ਪੈਂਦਾ ਔਰ ਕ੍ਰੋਧ ਦੀ ਅਗਨ ਦੇ ਅੰਦਰ ਜਲਦਾ ਨਹੀਂ ਹੈ, ਉਹਦੇ ਹਿਰਦੇ ਦੇ ਅੰਦਰ ਹੀ ਪ੍ਰਭੂ ਦਾ ਨਿਵਾਸ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਐਸੀ ਮਹਾਨ ਜ਼ਿੰਦਗੀ ਜੋ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ, ਐਸੀ ਜ਼ਿੰਦਗੀ ਜੀਣ ਦੀ ਹਰ ਇੱਕ ਦੇ ਅੰਦਰ ਐਸੀ ਸੰਭਾਵਨਾ ਹੈ। ਪੂਰੀ ਦੁਨੀਆ ਦਾ ਹਰ ਇਸਤਰੀ ਪੁਰਸ਼ ਐਸੀ ਜ਼ਿੰਦਗੀ ਜੀ ਸਕਦਾ ਹੈ। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ, ਇਹ ਹਵਾਈ ਗੱਲਾਂ ਨਹੀਂ ਹਨ, ਇਹ ਯੂਨੀਵਰਸਲ ਟਰੁੱਥ ਹੈ, ਇਹ ਬ੍ਰਹਿਮੰਡੀ ਸੱਚ ਹੈ, ਮਨੋਵਿਗਿਆਨਿਕ ਤੱਥ ਹੈ ਕਿ ਐਸੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਐਸੀ ਜ਼ਿੰਦਗੀ ਜੀਵੀ ਕਿਵੇਂ, ਐਸੀ ਮਹਾਨ ਸੋਚ ਸਾਡੀ ਬਣੇ ਕਿਵੇਂ, ਜਾਂ ਜਿਨ੍ਹਾਂ ਦੀ ਐਸੀ ਮਹਾਨ ਸੋਚ ਬਣੀ ਹੈ ਉਹਨਾਂ ਦੀ ਕਿਵੇਂ ਬਣੀ ਹੈ। ਤਾਂ ਗੁਰੂ ਜੀ ਉੱਤਰ ਦੇ ਰਹੇ ਹਨ, ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਜਿਸ ਇਨਸਾਨ ਦੇ ਉੱਤੇ ਗੁਰੂ ਨੇ ਰਹਿਮਤ ਕੀਤੀ ਹੈ ਉਹਨੇ ਐਸੀ ਜੀਵਨ ਦੀ ਜੁਗਤੀ ਨੂੰ ਪਛਾਣ ਲਿਆ, ਉਹਨੇ ਐਸੇ ਰਾਹਾਂ ਦੀ ਪਹਿਚਾਣ ਕੀਤੀ ਹੈ, ਭਾਵ ਉਹ ਐਸੇ ਰਾਹਾਂ 'ਤੇ ਤੁਰੇ ਨੇ, ਉਹਨਾਂ ਨੇ ਆਪਣੇ ਜੀਵਨ ਦੀ ਜੁਗਤੀ ਨੂੰ ਇੰਨੀ ਮਹਾਨ ਬਣਾ ਲਿਆ, ਉਹਨਾਂ ਦੀ ਸੋਚ ਏਡੀ ਵੱਡੀ ਹੋ ਗਈ ਹੈ ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕੀਤੀ। ਹੁਣ ਗੁਰੂ ਨੇ ਕਿਰਪਾ ਕਿਹਨਾਂ 'ਤੇ ਕੀਤੀ? ਜੋ ਗੁਰੂ ਦੇ ਪਾਵਨ ਚਰਨਾਂ ਦੀ ਸ਼ਰਨ ਵਿੱਚ ਆਏ। ਤੇ ਗੁਰੂ ਦੀ ਕਿਰਪਾ ਦਾ ਮਤਲਬ ਹੈ ਗੁਰੂ ਦੀ ਦਿੱਤੀ ਜੀਵਨ ਜੁਗਤ ਨੂੰ ਅਪਣਾਉਣਾ, ਗੁਰੂ ਦੇ ਦੱਸੇ ਜੀਵਨ ਜੁਗਤ ਨੂੰ ਅਪਣਾਉਣਾ। ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਵੇ ਆਫ ਲਾਈਫ ਦਿੰਦੇ ਨੇ, ਜੀਵਨ ਦਾ ਢੰਗ ਦਿੰਦੇ ਨੇ, ਇਸ ਜੀਵਨ ਜੁਗਤ ਨੂੰ ਜੋ ਅਪਣਾਏਗਾ ਉਹ ਇਨਸਾਨ ਹੀ ਮਹਾਨ ਹੋਵੇਗਾ, ਉਹਦੇ ਹਿਰਦੇ ਦੇ ਅੰਦਰ ਹੀ ਬ੍ਰਹਮ ਦਾ ਨਿਵਾਸ ਹੋਏਗਾ। ਤੇ ਫਿਰ ਉਸ ਮਨੁੱਖ ਦੀ ਅਵਸਥਾ ਕੀ ਹੋਏਗੀ? ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਸ ਨੇ ਗੁਰੂ ਦੇ ਦਿੱਤੇ ਗਿਆਨ ਰਾਹੀਂ ਐਸੀ ਜੀਵਨ ਜੁਗਤ ਨੂੰ ਅਪਣਾ ਲਿਆ, ਉਹ ਰੱਬ ਦੇ ਅੰਦਰ ਲੀਨ ਹੋ ਜਾਂਦਾ ਹੈ, ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਕਿਵੇਂ? ਜਿਵੇਂ ਪਾਣੀ ਦੇ ਵਿੱਚ ਮਿਲ ਕੇ ਪਾਣੀ ਪਾਣੀ ਹੀ ਬਣ ਜਾਂਦਾ, ਉਹਨੂੰ ਅਲੱਗ ਨਹੀਂ ਪਛਾਣਿਆ ਜਾਂਦਾ। ਜਿਵੇਂ ਸਮੁੰਦਰ ਦੇ ਅੰਦਰ ਰਾਵੀ, ਬਿਆਸ, ਸਤਲੁਜ, ਗੰਗਾ, ਜਮਨਾ ਹੋਰ ਅਨੇਕਾਂ ਨਦੀਆਂ ਨਾਲਿਆਂ ਦਾ ਪਾਣੀ ਪੈਂਦਾ ਹੈ, ਲੇਕਿਨ ਸਮੁੰਦਰ ਦੇ ਵਿੱਚ ਪੈਣ ਤੋਂ ਬਾਅਦ ਉਹਨਾਂ ਦੀ ਪਹਿਚਾਣ ਭੁੱਲ ਜਾਂਦੀ ਹੈ ਕਿ ਕਿਹੜਾ ਪਾਣੀ ਕਿਸ ਦਰਿਆ ਦਾ ਹੈ। ਇਸੇ ਤਰ੍ਹਾਂ ਉਹ ਮਨੁੱਖ ਜੋ ਗੁਰੂ ਦੇ ਦੱਸੇ ਰਾਹਾਂ 'ਤੇ ਤੁਰਦਾ ਹੈ, ਰੱਬ ਦੇ ਵਿੱਚ ਮਿਲ ਕੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਉਹਦੇ ਵਾਸਤੇ ਕੋਈ ਆਪਣਾ ਔਰ ਕੋਈ ਬੇਗਾਨਾ ਨਹੀਂ ਰਹਿੰਦਾ, ਸਗੋਂ ਉਹ ਜਿੱਧਰ ਤੱਕਦਾ ਹੈ ਉਧਰ ਉਹਨੂੰ ਮਾਲਕ ਪ੍ਰਭੂ ਦਾ ਹੀ ਰੂਪ ਨਜ਼ਰੀ ਪੈਂਦਾ ਹੈ। ਗੁਰੂ ਸਾਹਿਬ ਜੀ ਰਹਿਮਤ ਕਰਨ, ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਵਿਚਾਰੀਏ ਔਰ ਗੁਰਬਾਣੀ ਦੇ ਰਾਹਾਂ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।